वाले ते जां बेचण वाले हुंदे ने। इस गल नूं वेख के जदों वेख्या भी हुण सैण नाई जिहड़ा है वो संत बन गया, वो कबीर नूं संत बनिया वेख के ते उहदे मन दे विच इह धारणा बना लई कि मैं भी भगत बन जावां, संत बन जावां ते प्रेमा भगती जिहड़ी आ वो दिने ते सारी गली राजे दी मालिश करदा, नौकरी करदा। ਉਹਨੂੰ ਗੋਆ ਦੇ ਰਾਜੇ ਦੀ ਪੱਕੀ ਨੌਕਰੀ ਮਿਲ ਗਈ। ਉੱਥੇ ਰਾਜੇ ਦੀ ਰੋਜ਼ ਮਾਲਿਸ਼ ਕਰਨ ਵਾਸਤੇ ਜਾਣਾ ਤੇ ਸਾਧ ਸੰਗਤ ਪ੍ਰੇਮਾ ਭਗਤੀ ਦੇ ਵਿੱਚ ਕਰਕੇ ਰਾਤ ਨੂੰ ਇਹ ਭਲਕਾ ਸਵੇਰੇ ਰਾਜ ਦੇ ਬਾਗ ਦੇ ਵਿੱਚ ਜਾ ਕਰਕੇ ਤੇ ਉਹਨੇ ਫਿਰ ਉਹ ਰਾਜੇ ਦੀ ਸੇਵਾ ਕਰਨੀ, ਰਾਜੇ ਦੀ ਮਾਲਿਸ਼ ਕਰਨੀ। ਇਸ ਦਾ ਰੋਜ਼ ਦਾ ਉਹਦਾ ਕੰਮ ਬਣ ਗਿਆ। ਆਏ ਸੰਤ ਪੁਰਾਣ ਕੀਰਤਨ ਹੋਆ ਰਹਿਣ ਸਬਾਈ। ਇਸੇ ਤਰ੍ਹਾਂ ਜਦੋਂ ਸਮਾਂ ਪਾ ਕਰਕੇ ਬਾਬਾ ਸੈਣ ਜੀ ਅੱਜ ਦੇ ਜੀਵਾਂ ਨੂੰ ਤਾਂ ਪਤਾ ਨਹੀਂ ਗੁੱਛੀ ਕੀ ਹੁੰਦੀ ਹੈ, ਗੁੱਛੀ ਗੁੱਥੀ ਜੀ ਹੁੰਦੀ ਸੀ। ਉਹ ਜਿਹੜੇ ਨਾਈ ਮਾਤਨਾ ਰੱਖਦੇ ਸਨ ਉਹਨਾਂ ਨੇ ਪਾ ਲਈ, ਉਹਦੇ ਵਿੱਚ ਉਸ਼ਤਰਾ ਵਗੈਰਾ ਤੇ ਮਲਮ ਪੱਟੀ ਦਾ ਵੀ ਸਮਾਨ ਹੁੰਦਾ ਸਨ। ਉਸ ਸਮੇਂ ਤੇ ਉਹ ਇੱਕ ਜਾਣੀ ਕਿ ਸਿਵਲ ਸਰਜਨ ਹੁੰਦਿਆ ਕਰਦੇ ਸਨ। ਉਹ ਫੋੜਾ ਹੋਣਾ, ਕਿਸੇ ਦਾ ਠਾਹ ਹੋ ਜਾਣਾ, ਉਹਨੂੰ ਛਿੱਲ ਕਰਕੇ ਪਾੜ ਕਰਕੇ ਉਹਦੇ ਉੱਤੇ ਮਲਮ ਪੱਟੀ ਜਿਹੜੀ ਸੀ ਉਹ ਇਹੀ ਕਰਿਆ ਕਰਦੇ ਸਨ। ਉਸ ਸਮੇਂ ਦਾ ਇੱਕ ਸਿਵਲ ਸਰਜਨ ਹੈ ਜਿਹੜਾ ਸੈਣ ਭਗਤ ਹੈ, ਜਿਹਨੂੰ ਆਪਾਂ ਅੱਜ ਕੱਲ੍ਹ ਤੇ ਸੈਣ ਨਾਈ ਕਰਕੇ ਲੋਕ ਬੋਲਦੇ ਹਨ। ਸੋ ਭਗਤ ਜੀ ਕਹਿੰਦੇ ਆ ਨਾਈ ਦਾ ਅਰਥ ਵੈਸੇ ਵਡਿਆਈ ਹੁੰਦਾ। ਸੋ ਕਹਿੰਦੇ ਕਿ ਰਾਜ ਦੁਆਰ ਆਏ ਸੰਤ ਪ੍ਰਾਹੁਣੇ। ਹੁਣ ਜਦੋਂ ਰੋਜ਼ ਦਾ ਕਰਮ ਬਣ ਗਿਆ ਕਿ ਮੈਂ ਰੋਜ਼ ਸੇਵਾ ਕਰਨੀ ਹੈ ਤੇ ਸਾਧ ਸੰਗਤ ਦੇ ਵਿੱਚ ਮਿਲਦਾ। ਹੁਣ ਉਹ ਗਲੀ ਗਲੀ ਬਾਜ਼ਾਰੇ ਬਾਜ਼ਾਰ ਤੁਰਿਆ ਜਾਂਦਾ, ਰਸਤੇ ਦੇ ਵਿੱਚ ਉਹਨੂੰ ਸਾਧੂਆਂ ਦੀ ਮੰਡਲੀ ਮਿਲ ਪਈ। ਇੱਕ ਸੰਤੂਆਂ ਦਾ ਜਥਾ ਜਦੋਂ ਉਹਨੂੰ ਪ੍ਰਾਪਤ ਹੋਇਆ ਮਿਲਿਆ, ਸੈਣ ਨਾਈ ਨੇ ਉਹਨਾਂ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ ਤੇ ਕਹਿਣ ਲੱਗੇ ਵੀ ਸੈਣ ਤੂੰ ਆਪਣੀ ਡਿਊਟੀ ਤੇ ਚੱਲਿਆ, ਚੰਗਾ ਜਾ। ਕਹਿਣ ਲੱਗਾ ਮਹਾਰਾਜ ਮੈਂ ਠੀਕ ਹੈ ਡਿਊਟੀ ਤੇ ਚੱਲਿਆ। ਸੋ ਮੱਥਾ ਟੇਕੀ ਜਦੋਂ ਤੁਰਿਆ 5-4 ਕਦਮ ਅੱਗੇ ਪੁੱਟੇ ਤੇ ਮਨ ਦੇ ਵਿੱਚ ਇਹ ਗੱਲ ਆਈ ਬਈ ਡਿਊਟੀ ਰੋਜ਼ ਕਰਨੀ ਹੈ, ਰੋਟੀ ਬੰਦਾ ਰੋਜ਼ ਖਾਂਦਾ, ਸੌਂਦਾ ਰੋਜ਼ ਹੈ, ਉੱਠਦਾ ਰੋਜ਼ ਹੈ। ਸਾਰੇ ਕਰਮ ਨਿਤਾ ਪ੍ਰਤੀ ਜਿੰਨਾ ਚਿਰ ਤੱਕ ਜਿਉਂਦਾ ਇਹ ਚੱਲਦੇ ਰਹਿੰਦੇ ਹਨ। ਇਹ ਸੈਣ ਨੇ ਸੋਚਿਆ ਵੀ ਸਤਸੰਗ ਜਿਹੜਾ ਇਹ ਰੋਜ਼ ਨਹੀਂ ਮਿਲਦਾ, ਸਾਧੂਆਂ ਦੀ ਸੰਗਤ ਰੋਜ਼ ਨਹੀਂ ਮਿਲਦੀ। ਇਹ ਕਿਤੇ ਵੱਡੇ ਭਾਗਾਂ ਦੇ ਨਾਲ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਪੇਤ ਦੁਰਮਤ ਹੋਈ। ਵੱਡੇ ਭਾਗਾਂ ਦੇ ਨਾਲ ਸਤਸੰਗ ਦੀ ਪ੍ਰਾਪਤੀ ਹੁੰਦੀ ਹੈ ਤੇ ਜਦੋਂ ਪ੍ਰਾਪਤ ਹੋ ਜਾਂਦੀ ਜਿਹੜੀ ਮਾੜੀ ਮੱਤ ਆ ਕੋਈ ਬਣਾ ਨਾਸ ਹੋ ਜਾਂਦੀ ਹੈ, ਫਿਰ ਜੀਵ ਚੰਗੀ ਮੱਤ ਉਹਦੇ ਹਿਰਦੇ ਦੇ ਵਿੱਚ ਆ ਜਾਂਦੀ ਹੈ। ਉਹ ਫਿਰ ਸਾਰਿਆਂ ਦੇ ਨਾਲ ਪਿਆਰ ਸਤਿਕਾਰ ਕਰਦਾ। ਉਹ ਫਿਰ ਇਹ ਗੱਲ ਉਹਦੇ ਮਨ ਵਿੱਚ ਬਣ ਜਾਂਦੀ, ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਉਹ ਸਾਰਿਆਂ ਦੇ ਵਿੱਚ ਹੀ ਵੱਡੇ ਛੋਟੇ ਵਿੱਚ ਮਾਤਾ ਪਿਤਾ ਭੈਣ ਭਰਾਵਾਂ ਦੇ ਵਿੱਚ ਉਸ ਵਾਹਿਗੁਰੂ ਨੂੰ ਵੇਖਦਾ ਹੈ। ਸਾਧ ਸੰਗਤ ਜੀ ਜਦੋਂ ਉਹ ਸੰਤਾਂ ਨੂੰ ਕਹਿਣ ਲੱਗਾ ਵੀ ਇਹ ਜੇ ਮਹਾਰਾਜ ਮੇਰਾ ਨਿੱਤ ਦਾ ਕਰਮ ਆ, ਇਹ ਤਾਂ ਮੈਂ ਰੋਜ਼ ਜਾਣਾ, ਅੱਜ ਵੀ ਜਾਣਾ ਤੇ ਕੱਲ ਵੀ ਜਾਵਾਂਗਾ, ਪਰ ਜਿਹੜਾ ਸਤਸੰਗ ਦੀ ਪ੍ਰਾਪਤੀ ਹੈ, ਸਾਧੂਆਂ ਦੀ ਸੰਗਤ ਹੈ, ਕਬੀਰ ਸੰਗਤ ਸਾਧਕੀ ਦਿਨ ਦਿਨ ਦੂਣਾ ਹੇਤ, ਸਾਖਤ ਕਾਰੀ ਕਾਮਰਿਤ ਹੋਏ ਹੋਏ ਨਾ ਸੇਤ। ਕਾਲੀ ਕੰਬਲੀ ਨੂੰ ਜਿੰਨਾ ਮਰਜ਼ੀ ਧੋਈ ਜਾਏ ਉਹ ਕਦੀ ਚਿੱਟੀ ਨਹੀਂ ਹੁੰਦੀ। ਇਸ ਕਰਕੇ ਮਾੜੇ ਪੁਰਸ਼ ਦੀ ਸੰਗਤ ਦੇ ਵਿੱਚੋਂ ਕੋਈ ਲਾਹਾ ਨਹੀਂ ਪ੍ਰਾਪਤ ਹੁੰਦਾ। ਸੋ ਕਹਿਣ ਲੱਗਾ ਵੀ ਮਹਾਰਾਜ ਅੱਜ ਸਾਧੂਆਂ ਦੀ ਸੰਗਤ ਮਿਲੀ ਆ ਤੇ ਚਲੋ ਮੈਂ ਡਿਊਟੀ ਤੇ ਜਾਣਾ 10 ਮਿੰਟ ਲੇਟ ਹੋ ਜਾਵਾਂਗਾ ਤੇ ਚਲੋ ਮੇਰੇ ਘਰ ਜਲ ਪਾਣੀ ਛਕ ਲਈਏ। ਸਾਧ ਸੰਗਤ ਜੀ ਉਹ ਸਾਧੂਆਂ ਦੀ ਮੰਡਲੀ ਨੂੰ, ਸਾਧੂਆਂ ਦੇ ਟੋਲੇ ਨੂੰ ਲੈ ਕਰਕੇ ਆਪਣੇ ਘਰ ਆ ਗਿਆ ਤੇ ਸਾਧ ਸੰਗਤ ਜਦੋਂ ਜਲ ਪਾਣੀ ਤਿਆਰ ਹੋਣ ਲੱਗਾ ਤੇ ਮਹਾਂਪੁਰਖ ਜਿਹੜੇ ਸਨ ਵੱਡੇ ਮੰਡਲੇਸ਼ਵਰ, ਉਹਨਾਂ ਨੇ ਕਿਹਾ ਵੀ ਇੱਦਾਂ ਸੈਣ ਜੀ ਭਗਤ ਜੀ ਵੀ ਜਿੰਨਾ ਚਿਰ ਤੱਕ ਜਲ ਪਾਣੀ ਪ੍ਰਸ਼ਾਦਾ ਪਾਣੀ ਤਿਆਰ ਹੁੰਦਾ ਉਹਨਾਂ ਚਿਰ ਤੱਕ ਆਪਾਂ ਹਰੀ ਜਾਸ ਕਰ ਲਈਏ, ਵਾਹਿਗੁਰੂ ਦਾ ਸਿਮਰਨ ਕਰ ਲਈਏ। ਤੇ ਕਹਿਣ ਲੱਗੇ ਗੱਲ ਤੇ ਚੰਗੀ, ਸਾਰਿਆਂ ਦੇ ਮਨ ਦੇ ਵਿੱਚ ਆ ਗਈ। ਤੇ ਸਾਧ ਸੰਗਤ ਜੀ ਕਹਿੰਦੇ ਆਏ ਸੰਤ ਪ੍ਰਾਹੁਣੇ ਕੀਰਤਨ ਹੋਆ ਰਹਿਣ ਸਬਾਈ। ਰਹਿਣ ਦਾ ਹੁੰਦਾ ਰਾਤ, ਸਬਾਈ ਦਾ ਤੇ ਸਾਰੀ ਰਾਤ ਹੀ ਕੀਰਤਨ ਹੁੰਦਾ ਰਿਹਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਲੱਗੇ ਤੇ ਘੜੀ ਕੁ ਵਾਸਤੇ ਵੀ ਚਲੋ ਜਲ ਪਾਣੀ ਤਿਆਰ ਹੁੰਦੇ ਨੂੰ ਤੇ ਕਥਾ ਬਾਤਾਂ ਕੱਢੀਏ, ਹਰੀ ਜਸ ਕੱਢੀਏ ਤੇ ਉਹ ਸਾਰੀ ਰਾਤ ਕੀਰਤਨ ਕਰਦੇ ਰਹੇ। ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਕੁੱਕੜਾਂ ਨੇ ਵੀ ਬਾਂਗਾਂ ਦੇ ਦਿੱਤੀਆਂ ਤੇ ਖੋਤੇ ਵੀ ਜਿਹੜੇ ਆ ਇਹ ਵੀ ਟਾਈਮ ਨਾਲ 4:30 ਵਜੇ ਵਾਂਗ ਲਏ। ਉਹਨਾਂ ਨੇ ਸੋਚਿਆ ਵੀ ਆਹ ਆਵਾਜ਼ਾਂ ਆਉਣ ਲੱਗ ਪਈਆਂ, ਗੁਰਦੁਆਰਿਆਂ ਵੱਲੋਂ ਭਾਈ ਬੋਲ ਪਏ, ਮਸੀਤਾਂ ਵਾਲਿਆਂ ਨੇ ਆਵਾਜ਼ ਦੇ ਦਿੱਤੀ ਤੇ ਪਤਾ ਲੱਗ ਗਿਆ ਵੀ ਦਿਨ ਚੱਲ ਗਿਆ। ਤੇ ਕਹਿਣ ਲੱਗੇ ਵੀ ਆਪਾਂ ਤੇ ਘੜੀ ਕੁ ਵਾਸਤੇ ਸਤਸੰਗ ਦੇ ਵਿੱਚ ਜੁੜੇ ਸੀ ਪਰ ਸਾਰੀ ਰਾਤ ਲੰਘ। ਚੰਗਾ ਸੈਣ ਤੂੰ ਵੀ ਆਪਣੇ ਕੰਮ ਜਾ, ਆਪਣੀ ਡਿਊਟੀ ਕਰ
ਤੇ ਅਸੀਂ ਅੱਗੇ ਚੱਲਦੇ ਹਾਂ। ਸਾਧ ਸੰਗਤ ਜੀ, ਜਲ ਪਾਣੀ ਛਕ ਕੇ ਜਿਸ ਵੇਲੇ ਉਹ ਸਾਧੂਆਂ ਦਾ ਟੋਲਾ, ਸਾਧੂਆਂ ਦੀ ਮੰਡਲੀ, ਸਾਧੂਆਂ ਦਾ ਜਥਾ ਉੱਥੋਂ ਉਹਨਾਂ ਨੂੰ ਵਿਦਾ ਕਰਕੇ ਸੈਣ ਜੀ ਆਪਣੇ ਆਏ ਸੰਤ ਪ੍ਰਾਹੁਣੇ ਕੀਰਤਨ ਸਾਰੀ ਰਾਤ ਦਾ ਸੁਣ ਕਰਕੇ ਤੇ ਉਹਨਾਂ ਨੂੰ ਵਿਦਾ ਕਰਕੇ ਛੱਡ ਨਾ ਸਕੈ ਸੰਤ ਜਨ, ਰਾਜ ਦੁਆਰ ਨਾ ਸੇਵ ਕਮਾਈ। ਪਰ ਉਹ ਸੰਤਾਂ ਦੀ ਸੰਗਤ ਨੂੰ ਛੱਡ ਨਹੀਂ ਸਕਦਾ, ਪਰ ਰਾਜੇ ਦੀ ਨੌਕਰੀ ਕਰਨ ਨਹੀਂ ਗਿਆ। ਉੱਥੇ ਸਾਰੀ ਰਾਤ ਸਤਸੰਗ ਹੀ ਕਰਦਾ ਤੇ ਸੁਣਦਾ ਰਿਹਾ। ਪਰ ਜਿਹੜੀ ਸੀ ਨਾ ਰਾਜ ਦੁਆਰ, ਰਾਜੇ ਦੇ ਦੁਆਰ ਦੇ ਜਿਹੜੀ ਸੇਵਾ ਕਰਨੀ ਸੀ, ਨੌਕਰੀ ਕਰਨੀ ਸੀ, ਡਿਊਟੀ ਕਰਨੀ, ਉਹ ਨਾ ਕੀਤੀ। ਸੈਣ ਰੂਪ ਹਰ ਜਾਏਗਾ। ਹੁਣ ਜਦੋਂ ਵੇਖਿਆ ਵੀ ਸੈਣ ਤੇ ਉੱਥੇ ਡਿਊਟੀ ਤੇ ਨਹੀਂ ਗਿਆ, ਸੈਣ ਨੌਕਰੀ ਤੇ ਨਹੀਂ ਗਿਆ ਤੇ ਮੇਰੀ ਭਗਤੀ ਕਰ ਰਿਹਾ, ਤੇ ਪਰਮੇਸ਼ਰ ਨੇ ਸੈਣ ਦਾ ਰੂਪ ਧਾਰਨ ਕਰ ਲਿਆ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੈਣ ਦਾ ਰੂਪ ਧਾਰਨ ਕੀਤਾ ਤੇ ਮੋਢੇ ਤੇ ਗੁੱਛੀ ਜੀ ਪਾ ਕੇ ਪਰਮੇਸ਼ਰ ਤੇ ਉਹ ਰਾਜੇ ਦੇ ਜਾ ਕੇ ਬੂਹੇ ਤੇ ਆਵਾਜ਼ ਦਿੱਤੀ ਵੀ ਮੈਂ ਆ ਗਿਆ ਬਈ। ਜਦੋਂ ਉਹਨਾਂ ਨੇ ਸੁਣੀ ਆਵਾਜ਼ ਭਈ ਸੈਣ ਜੀ ਆਏ ਹਨ ਤੇ ਕਹਿੰਦੇ ਵੀ ਆਉਣ ਦਿਓ, ਉਹਨੇ ਰਾਜੇ ਨੂੰ ਜਦੋਂ ਹੱਥ ਲਾਇਆ ਪਰਮੇਸ਼ਰ ਨੇ, ਜਿਹੜਾ ਉਹਦਾ ਦੁੱਖ ਸੀ ਕਈਆਂ ਚਿਰਾਂ ਦਾ, ਉਹ ਸਾਧ ਸੰਗਤ ਜੀ ਠੀਕ ਹੋ ਗਿਆ। ਜਦੋਂ ਪਰਮੇਸ਼ਰ ਦੇ ਹੱਥ ਲੱਗ ਜਾਣ, ਕਿਸੇ ਸਾਧੂ ਦੇ ਲੱਗ ਜਾਣ ਤੇ ਬੜਾ ਫਰਕ ਪੈਂਦਾ, ਪਰ ਜਦੋਂ ਖੁਦ ਹੀ ਪਰਮੇਸ਼ਰ ਆ ਜਾਵੇ, ਉਹਨੇ ਸਾਧ ਦਾ ਰੂਪ ਧਾਰਨ ਕੀਤਾ। ਸਾਧ ਰੂਪ ਆਪਣਾ ਤਨ ਧਾਰਿਆ, ਉਹਨੇ ਆਪਣਾ ਤਨ ਜਿਹੜਾ ਸਰੀਰ ਸੀ ਸਾਧੂ ਸੈਣ ਵਾਲਾ ਧਾਰਨ ਕਰਕੇ ਪਰਮੇਸ਼ਰ ਤੇ ਉੱਥੇ ਰਾਜੇ ਦੀ ਆਣ ਕਰਕੇ ਤੇ ਮਾਰਸ਼ ਕਰਨ ਲੱਗਿਆ। ਉਹਨੇ ਆਣ ਕੇ ਤੇ ਉਹਦੀ ਸੇਵਾ ਕੀ ਸ਼ੁਰੂ ਕਰ ਦਿੱਤੀ। ਸੈਣ ਰੂਪ ਹਰ ਜਾਏ ਕੇ, ਸੈਣ ਦਾ ਰੂਪ ਹਰੀ ਧਾਰਨ ਕਰਕੇ ਆਇਆ, ਰਾਣੇ ਨੂੰ ਰਿਝਾਏ ਤੇ ਰਾਜੇ ਨੂੰ ਖੁਸ਼ ਕਰ ਦਿੱਤਾ ਮਾਰਸ਼ ਕਰਕੇ ਪਰਮੇਸ਼ਰ ਨੇ। ਸਾਧ ਜਣਾ ਨੋ ਵਿਦਾ ਕਰ। ਉਹ ਸਾਧੂਆਂ ਦੀ ਸੰਗਤ ਨੂੰ ਵਿਦਾ ਕਰਕੇ, ਉਹਨਾਂ ਨੂੰ ਨਮਸਕਾਰ ਕਰਕੇ, ਦਰਸ਼ਨੀ ਭੇਟਾ ਦੇ ਕਰਕੇ ਰਾਜ ਦਵਾਰ ਗਿਆ ਸਰਮਾਈ। ਹੁਣ ਰਾਜੇ ਦੇ ਦਰਬਾਰ ਦੇ ਵਿੱਚ ਗਿਆ, ਆਪਣੀ ਨੌਕਰੀ ਤੇ ਗਿਆ। ਜਦੋਂ ਕੋਈ ਬੰਦਾ ਲੇਟ ਹੋ ਜਾਵੇ ਤੇ ਸਾਧ ਸੰਗਤ ਨੂੰ ਪਤਾ ਲੱਗਦਾ ਬਈ ਨੌਕਰੀ ਕੀ ਹੁੰਦੀ ਆ। ਉਦੋਂ ਜਿਹੜਾ ਨੌਕਰ ਆ ਉਹਦੀਆਂ ਅੱਖਾਂ ਨੀਵੀਆਂ ਹੁੰਦੀਆਂ। ਜੋ ਟਾਈਮ ਨਾਲ ਚਲੇ ਜੇ ਤੂੰ ਥੋੜਾ ਜਿਹਾ ਆਕੜ ਕੇ ਬਹਿੰਦਾ ਵੀ ਮੈਂ ਤੇ ਪਹਿਲੋਂ ਆਇਆ, ਤੇ ਹੁਣ ਸੈਣ ਜਿਹੜਾ ਸੀ ਮੈਂ ਤੇ ਰਾਤ ਹੀ ਨਹੀਂ ਆਇਆ, ਤੇ ਉੱਥੇ ਸ਼ਰਮ ਦਾ ਮਾਰਿਆ, ਸ਼ਰਮਾਉਂਦਾ ਹੋਇਆ ਉੱਥੇ ਰਾਜੇ ਦੇ ਦਰਬਾਰ ਦੇ ਵਿੱਚ ਗਿਆ। ਰਾਣੇ ਦੂਰੋਂ ਸੱਦ ਕੇ, ਤੇ ਰਾਜੇ ਨੇ ਦੂਰੋਂ ਉੱਥੇ ਸੈਣ ਦਾਈ ਨੂੰ ਸੱਦਿਆ ਬਈ ਉਹ ਆ ਗਿਆ ਸੈਣ। ਉਹਨੂੰ ਆਵਾਜ਼ ਦਿੱਤੀ, ਗੱਲੋਂ ਕਵਾਏ ਖੋਲ ਪਹਿਨਾਈ। ਤੇ ਜਿਹੜੀ ਉਹਨੇ ਪੁਸ਼ਾਕ ਪਾਈ ਸੀ ਨਾ ਬੜੀ ਸੁੰਦਰ, ਉਹ ਇੱਕ ਗਾਲੀ ਸੀ ਗਲ ਦੇ ਵਿੱਚ ਪਾਈ, ਜਿਹੜਾ ਹਾਰ ਹੁੰਦਾ ਰਾਜਿਆਂ ਦੇ ਗਲ ਦੇ ਵਿੱਚ ਪਾਇਆ, ਉਹ ਵੀ ਲਾ ਕੇ ਰਾਜੇ ਨੇ ਸੈਣ ਦੇ ਗਲ ਵਿੱਚ ਪਾਤਾ, ਤੇ ਆਪਣੀ ਪੁਸ਼ਾਕ ਵੀ ਲਾ ਕੇ ਸੈਣ ਦੇ ਗਲ ਵਿੱਚ ਪਾ ਦਿੱਤੀ। ਤੇ ਨਾਲ ਹੀ ਇਹ ਬਚਨ ਕੀਤਾ, ਸੈਣ ਜੀ ਜਿਹੜੀ ਤੁਸੀਂ ਮੇਰੀ ਰਾਤ ਮਾਰਸ਼ ਕੀਤੀ ਆ ਨਾ, ਉਹ ਤੇ ਨੰਦ ਜ਼ਿਆਦਾ ਹੀ ਆਇਆ। ਉਹ ਤੇ ਇੰਨੇ ਚਿਰ ਹੋ ਗਿਆ ਤੈਨੂੰ ਡਿਊਟੀ ਕਰਦਿਆਂ ਨੂੰ, ਪਰ ਐਸੀ ਸੀ ਵਧੀਆ ਤੂੰ ਮਾਰਸ਼ ਨਹੀਂ ਕੀਤੀ, ਐਸੀ ਵਧੀਆ ਸੇਵਾ ਨਹੀਂ ਕੀਤੀ। ਪਰ ਜਿਹੜੀ ਤੂੰ ਰਾਤ ਸੇਵਾ ਕੀਤੀ ਆ, ਮੇਰੇ ਤੇ ਜਨਮਾਂ ਜਨਮਾਂਤਰਾਂ ਦੇ ਕਵਾੜ ਖੁੱਲ ਗਏ, ਦੁੱਖ ਟੁੱਟ ਗਏ ਹਨ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਤਰ੍ਹਾਂ ਰਾਜਾ ਜਿਹੜਾ ਸੀ ਸੈਣ ਜੀ ਨੂੰ ਕਹਿ ਰਿਹਾ, ਇਹ ਸੈਣ ਜੀ ਕਹਿੰਦੇ ਰਾਜਨ ਮੈਂ ਨਹੀਂ ਆਇਆ, ਮੈਂ ਤੇ ਰਾਤ ਕੀਰਤਨ ਕਰਦਾ ਰਿਹਾ, ਕੀਰਤਨ ਸੁਣਦਾ ਰਿਹਾ, ਇਹ ਕਰਕੇ ਤੇ ਹੁਣ ਮੈਂ ਜਿਹੜਾ ਆਇਆ ਨਹੀਂ ਆ। ਪਰ ਫਿਰ ਰਾਜਾ ਕਹਿੰਦਾ ਨਹੀਂ ਵੀ ਤੂੰ ਆਇਆ ਹੀ ਆਇਆ। ਤੇ ਫਿਰ ਸਾਧ ਸੰਗਤ ਜੀ ਉਦੋਂ ਇਹ ਗੱਲ ਜਿਹੜੀ ਸੀ ਨਾ, ਸੈਣ ਜੀ ਕਹਿਣ ਲੱਗੇ ਵੀ ਮੈਂ ਨਹੀਂ ਆਇਆ, ਫਿਰ ਵੀ ਰਾਜਨ ਜੀ ਆਇਆ, ਤੇ ਜਿਹਦਾ ਮੈਂ ਕੀਰਤਨ ਕਰਦਾ ਰਿਹਾ, ਜਿਹਦਾ ਮੈਂ ਕੀਰਤਨ ਸੁਣਦਾ ਰਿਹਾ, ਉਹ ਮੇਰਾ ਰੂਪ ਧਾਰਨ ਕਰਕੇ ਤੇਰੀ ਮਾਰਸ਼ ਕਰ ਗਿਆ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹਦਾ ਮੈਂ ਕੀਰਤਨ ਸੁਣਦਾ ਤੇ ਗਾਉਂਦਾ ਰਿਹਾ, ਉਹ ਮੇਰਾ ਰੂਪ ਧਾਰਨ ਕਰਕੇ ਤੇਰੀ ਮਾਰਸ਼ ਕਰ ਗਿਆ। ਇਸ ਕਰਕੇ ਸਾਧ ਸੰਗਤ ਜੀ ਉਹ ਕਹਿਣ ਲੱਗਾ ਵੀ ਉਹ ਤੇਰਾ ਰੂਪ ਧਾਰਨ ਕਿਤਨਾ ਕਰ ਗਿਆ। ਕਹਿੰਦਾ ਵੀ ਡਿਊਟੀ ਤੇ ਕੀਤੀ, ਮੈਂ ਤੇ ਆਇਆ ਨਹੀਂ, ਮੈਂ ਤੇਰਾ ਸਤਸੰਗ ਸੁਣਦਾ ਰਿਹਾ ਤੇ ਤੇਰਾ ਦੁੱਖ ਜੀ ਮੈਂ ਕਿੰਨਾ ਚਿਰ ਦਾ ਮਾਰਸ਼ ਕਰਦਾ ਸੀ। ਹੁਣ ਰਾਜੇ ਨੇ ਕਿਹਾ ਵੀ ਤੇਰਾ ਹੋਰ ਰੁਤਬਾ ਵਧਾ ਦਿੰਦੇ ਆ, ਤੇਰੀ ਤਨਖਾਹ ਵਧਾ ਦਿੰਦੇ ਆ, ਤੇ ਤੂੰ ਇਸੇ ਤਰ੍ਹਾਂ ਹੀ ਸੇਵਾ ਕਰੀ ਜਾ। ਪਰ ਹੁਣ ਰਾਜੇ ਨੂੰ ਉਹ ਸੈਣ ਜੀ ਕਹਿਣ ਲੱਗੇ ਵੀ ਦੇਖੋ ਜਿਹੜਾ ਮੇਰੇ ਕਰਕੇ ਤੇਰੀ ਮਾਰਸ਼ ਕਰ ਗਿਆ, ਹੁਣ ਅੱਜ ਤੋਂ ਮੈਂ ਤੇਰੀ ਡਿਊਟੀ ਛੱਡੀ ਤੇ ਮੈਂ ਉਹਦੀ ਨੌਕਰੀ ਕਰਾਂਗਾ। ਜਿਹੜਾ ਮੇਰੇ ਕਰਕੇ ਤੇਰੀ ਮਾਰਸ਼ ਕਰ ਗਿਆ ਨਾ, ਉਹਦੀ ਮੈਂ ਹੁਣ ਨੌਕਰੀ ਕਰਨੀ ਆ। ਹੁਣ ਮੈਂ ਤੇਰੀ ਚਾਕਰੀ ਅੱਜ ਤੋਂ ਛੱਡੀ। ਤੇ ਕਹਿੰਦੇ ਉਹ ਹੁਣ ਰਾਜਾ ਜਿਹੜਾ ਉਹ ਬੜੀਆਂ ਗੱਲਾਂ ਅੱਗੇ ਦੱਸਦਾ ਹੈ। ਵਸ ਕੀਤਾ ਹੋ ਤੁਧ ਅੱਜ ਪੁੱਲ ਰਾਜ ਸੁਣ ਲੋਕਾਈ। ਹੁਣ ਉਹ ਰਾਜਾ ਕਹਿ ਰਿਹਾ ਕਿ
ਸੈਣ ਅੱਜ ਤੂੰ ਮੈਨੂੰ ਵਸ ਕਰ ਲਿਆ, ਵਸ ਕੀਤਾ ਹਾਂ ਤੁਧ ਅੱਜ, ਕਿ ਤੂੰ ਅੱਜ ਮੈਨੂੰ ਵਸ ਦੇ ਵਿੱਚ ਕਰ ਲਿਆ, ਐਸੀ ਮੇਰੀ ਸੇਵਾ ਕੀਤੀ ਹੈ। ਰਾਜ ਸੁਣੈ ਲੋਕਾਈ। ਹੁਣ ਰਾਜਾ ਜਿਹੜਾ ਉਹ ਬੋਲਦਾ ਤੇ ਜਿੰਨੀ ਜਨਤਾ ਬੈਠੀ ਸਾਰੀ ਇਹ ਗੱਲਾਂ ਨੂੰ ਸੁਣ ਰਹੀ ਹੈ। ਪ੍ਰਗਟ ਕਰੈ ਭਗਤ ਵਡਿਆਈ। ਤੇ ਵਾਹਿਗੁਰੂ ਜਿਹੜਾ ਭਗਤ ਦੀ ਵਡਿਆਈ ਜਿਹੜੀ ਉਹਨੂੰ ਪ੍ਰਗਟ ਕਰ ਦਿੰਦਾ। ਪ੍ਰਗਟ ਦਾ ਅਰਥ ਹੁੰਦਾ ਸਾਹਮਣੇ ਸਾਖਸ਼ਤ ਵਿਖਾ ਦਿੰਦਾ ਵੀ ਇਹ ਭਗਤਾਂ ਦੀ ਵਡਿਆਈ ਹੈ। ਸਾਧ ਸੰਗਤ ਜੀ, ਇਹ ਸੀ ਸੈਣ ਨਾਈ ਜੀ ਦੀ ਗੱਲ। ਹੁਣ ਕਹਿੰਦੇ ਆ ਵੀ ਭਗਤ ਰਮਦਾਸ ਜੀ ਬਾਰੇ ਕਿ ਭਗਤ ਰਮਦਾਸ ਜੀ ਜਿਹੜੇ ਸਨ ਉਹਨਾਂ ਨੇ ਵੀ ਸੇਵਾ ਕੀਤੀ ਹੈ ਕਿ ਸੇਵਾ ਤੋਂ ਬਗੈਰ ਕੋਈ ਜਿਹੜੀ ਚੀਜ਼ ਆ ਉਹ ਪ੍ਰਾਪਤ ਨਹੀਂ ਹੁੰਦੀ। ਹੁਣ ਸੈਣ ਨਾਈ ਤੋਂ ਅੱਗੇ ਭਗਤ ਰਮਦਾਸ ਜੀ ਦਾ ਜਿਹੜਾ ਪ੍ਰਸੰਗ ਉਹ ਚੱਲ ਰਿਹਾ ਹੈ, ਆਓ ਪ੍ਰੇਮ ਭਾਵਨਾ ਦੇ ਨਾਲ ਸਰਵਣ ਕਰੀਏ ਜੀ। ਭਗਤ ਭਗਤ ਜਗ ਵਜਿਆ, ਚਉ ਚੱਕਾਂ ਦੇ ਵਿੱਚ ਚਮਰੇਟਾ। ਹੁਣ ਕਹਿੰਦੇ ਭਗਤ ਭਗਤ ਕਰਕੇ ਜਗਤ ਦੇ ਵਿੱਚ ਵੱਜ ਗਿਆ, ਜਗਤ ਦੇ ਵਿੱਚ ਇਹ ਸ਼ੋਭਾ ਹੋ ਗਈ ਕਿ ਰਮਦਾਸ ਜਿਹੜਾ ਬੜਾ ਹੈ ਤੇ ਚਮਰੇਟਾ ਚੰਮ ਦਾ ਕੰਮ ਕਰਨ ਵਾਲਾ, ਪਰ ਉਹ ਭਗਤ ਬਣ ਗਿਆ। ਇਹ ਚੌ ਚੱਕਰਾਂ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਦੀ ਜਿਹੜੀ ਸੀ ਨਾ ਇਹ ਫੈਲ ਗਈ। ਪਾਣਾ ਗੰਢੈ ਰਾਹ ਵਿੱਚ। ਪਰ ਹੁਣ ਪਾਣਾ ਕਹਿੰਦੇ, ਪਾਣ ਕਹਿੰਦੇ ਜੁੱਤੀ ਨੂੰ, ਉਹ ਜੁੱਤੀਆਂ ਰਸਤੇ ਦੇ ਵਿੱਚ ਬੈਠਾ ਹੋਇਆ ਗੰਢਦਾ ਹੈ। ਕੁੱਲਾ ਧਰਮ ਢੋਏ ਢੋਰ ਸਮੇਟਾ। ਤੇ ਕੁੱਲਾਂ ਤੋਂ ਇਹਨਾਂ ਦਾ ਜਿਹੜਾ ਕੁਲਾਂ ਤੋਂ ਇਹਨਾਂ ਦਾ ਧਰਮ ਕੀ ਹੈ ਕਿ ਜਿਹੜੇ ਮਰੇ ਹੋਏ ਪਸ਼ੂ ਆ ਉਹਨਾਂ ਨੂੰ ਚੁੱਪ ਕਰਕੇ ਖੜਨਾ, ਉਹਨਾਂ ਦਾ ਚੰਮ ਲਾਉਣਾ, ਉਹ ਚੰਮ ਨੂੰ ਸਾਫ਼ ਕਰਕੇ ਸ਼ੁੱਧ ਕਰਕੇ ਉਹਨਾਂ ਦੇ ਜੋੜੇ ਜੁੱਤੀਆਂ ਬਣਾਉਣੇ, ਤੇ ਜਿਹੜੇ ਟੁੱਟੇ ਹੁੰਦੇ ਜੋੜੇ ਉਹਨਾਂ ਨੂੰ ਵੰਡਦੇ ਤੇ ਨਵੇਂ ਜਿਹੜੇ ਉਹ ਬਣਾ ਕੇ ਪਹਿਨਾਉਂਦੇ ਹਨ। ਜਿਉ ਕਰ ਮੈਲੇ ਚੀਥੜਾ, ਹੀਰਾ ਲਾਲ ਅਮੋਲ ਪਲੇਟਾ। ਹੁਣ ਜਿਸ ਤਰ੍ਹਾਂ ਕਹਿੰਦੇ ਕਿ ਕੋਈ ਜੋ ਜਿਸ ਤਰ੍ਹਾਂ ਮੈਲੇ ਕੱਪੜੇ ਦੇ ਵਿੱਚ ਚੀਥੜਾ ਵਾਲੇ ਕੱਪੜਾ ਹੀਰਾ ਜਾਂ ਲਾਲ ਹੋਵੇ ਤੇ ਉਹਦੇ ਵਿੱਚ ਅਮੋਲ ਜਿਹਦਾ ਕੋਈ ਮੁੱਲ ਨਹੀਂ ਹੈ ਉਹਨੂੰ ਉਹਦੇ ਵਿੱਚ ਲਪੇਟਿਆ ਹੋਵੇ ਤੇ ਕੱਪੜਾ ਮੈਲਾ ਹੋਵੇ ਪਰ ਹੀਰਾ ਤੇ ਹੀਰਾ ਹੀ ਆ ਨਾ। ਉਸ ਤਰ੍ਹਾਂ ਕਹਿੰਦੇ ਜਿਹੜਾ ਸੀ ਨਾ ਰਮਦਾਸ ਜੀ ਉਹ ਇੱਕ ਹੀਰਾ ਹੈ ਜੋ ਚੱਬ ਵਾਲਿਆਂ ਦੇ ਘਰ ਜੰਮਣ ਕਰਕੇ ਤੇ ਇਸ ਤਰ੍ਹਾਂ ਜਿਸ ਤਰ੍ਹਾਂ ਮੈਲੇ ਕੱਪੜੇ ਦੇ ਵਿੱਚ ਹੀਰਾ ਲਪੇਟਿਆ ਹੁੰਦਾ ਹੈ। ਚੌ ਵਰਨਾ ਉਪਦੇਸ਼ ਦਾ। ਹੁਣ ਇਹ ਚੌ ਵਰਨਾਂ ਨੂੰ ਉਪਦੇਸ਼ ਦਿੰਦਾ ਹੈ ਰਮਦਾਸ। ਜਦੋਂ ਵਾਹਿਗੁਰੂ ਦੀ ਕਿਰਪਾ ਹੋ ਜਾਵੇ, ਇਸ ਕਰਕੇ ਜਿਹਦੀ ਉੱਤੇ ਕਿਰਪਾ ਹੋ ਜਾਵੇ ਉਹ ਦੂਸਰਿਆਂ ਨੂੰ ਉਪਦੇਸ਼ ਦੇਣ ਵਾਲਾ ਬਣ ਜਾਂਦਾ ਹੈ। ਸਾਧ ਸੰਗਤ ਜੀ, ਉਹਦੇ ਵਿੱਚ ਕੋਈ ਜਾਤ ਦੀ ਗੱਲ ਨਹੀਂ ਹੈ। ਜਿਹੜਾ ਵੇਦ ਹੈ ਇਹ ਗੱਲ ਕਹਿੰਦਾ ਜਨਮੰ ਸ਼ੂਦਰੰ ਸੰਸਕਾਰਾ ਕਰਵਣਾ। ਵੇਦ ਇਹ ਗੱਲ ਕਹਿ ਰਿਹਾ ਹੈ ਕਿ ਜਨਮ ਤੋਂ ਸਾਰੇ ਸ਼ੂਦਰ ਹਨ, ਜਿਹੜੇ ਜੀਵ ਦੇ ਕਰਮ ਹਨ, ਜੀਵ ਦੇ ਸੰਸਕਾਰ ਹਨ, ਉਹਨਾਂ ਨੇ ਜੀਵ ਨੂੰ ਉੱਚਾ ਚੁੱਕਣਾ ਹੈ। ਜੇ ਜੀਵ ਦੇ ਸੰਸਕਾਰ ਚੰਗੇ ਹੈ ਤੇ ਹੁਣ ਭਗਤ ਸੈਣ ਦੇ ਸੰਸਕਾਰ ਚੰਗੇ ਉਹ ਭਗਤ ਬਣ ਗਿਆ। ਹੁਣ ਰਮਦਾਸ ਜੀ ਦੇ ਕਰਮ ਚੰਗੇ ਆ, ਉਹਨਾਂ ਦੇ ਜਿਹੜੇ ਸੀ ਸੰਸਕਾਰ ਚੰਗੇ ਆ, ਉਹ ਸੰਤ ਬਣ ਗਏ, ਉਹ ਭਗਤ ਬਣ ਗਏ। ਤੇ ਕਹਿੰਦੇ ਚੌ ਵਰਨਾ ਉਪਦੇਸ਼ ਦਾ। ਹੁਣ ਚਾਰ ਖੱਤਰੀ ਬ੍ਰਾਹਮਣ ਸੂਦ ਤੇ ਬੈਸ ਇਹਨਾਂ ਚਾਰ ਵਰਨਾਂ ਨੂੰ ਉਪਦੇਸ਼ ਦੇਣ ਲੱਗ ਪਿਆ ਭਗਤ ਰਮਦਾਸ ਜੀ। ਗਿਆਨ ਧਿਆਨ ਕਰ ਭਗਤ ਸਹੇਟਾ। ਤੇ ਉਹ ਗਿਆਨ ਦਿੰਦਾ ਹੈ ਤੇ ਧਿਆਨੀ ਹੋ ਗਿਆ, ਧਿਆਨ ਦੇ ਵਿੱਚ ਕਰ ਭਗਤੀ ਕਰਕੇ ਸੇਟਾ ਸੇਟਦਾ ਹੈ। ਨਾਵਣ ਆਇਆ ਸੰਗ ਮਿਲ। ਤੇ ਜਦੋਂ ਉਧਰੋਂ ਉਹ ਜੁੱਤੀਆਂ ਕੱਢ ਰਹੇ ਹਨ ਰਮਦਾਸ ਭਗਤ ਜੀ ਮਹਾਰਾਜ, ਉਧਰੋਂ ਕਿਤੇ ਕੋਈ ਸੰਗ ਗੰਗਾ ਮਾਈ ਦੇ ਚੱਲਿਆ ਇਸ਼ਨਾਨ ਵਾਸਤੇ। ਹੁਣ ਆਪਾਂ ਜਥਾ ਕਹਿੰਦੇ ਨੇ ਫਲਾਣਾ ਜਥਾ ਫਲਾਣੇ ਥਾਂ ਤੁਰਿਆ, ਤੇ ਉਦੋਂ ਪਿਛਲੇ ਸਮੇਂ ਦੇ ਵਿੱਚ ਸੰਗ ਕਿਆ ਕਰਦੇ ਸਨ, ਉਹ ਸੰਗ ਲੈ ਕਰਕੇ ਤੇ ਗੰਗਾ ਮਾਈ ਦੇ ਚੱਲੇ। ਤੇ ਉੱਥੇ ਆਉਂਦਿਆਂ ਆਉਂਦਿਆਂ ਕਿਸੇ ਨੇ ਜੁੱਤੀ ਜੋੜਾ ਗੰਢਾਇਆ ਤੇ ਉਹ ਗੱਲਾਂ ਕਰਦੇ ਵੀ ਕਿੱਥੇ ਚੱਲੇ। ਕਹਿੰਦੇ ਅਸੀਂ ਤਾਂ ਚੱਲੇ ਆ ਨਹਾਵਣ ਨੂੰ, ਗੰਗਾ ਦੇ ਉੱਤੇ ਇਸ਼ਨਾਨ ਕਰਨ ਵਾਸਤੇ ਚੱਲੇ ਆ, ਬਨਾਰਸ ਨੂੰ ਚੱਲੇ ਆ। ਬਨਾਰਸ ਦੇ ਵਿੱਚ ਇਹਦਾ ਬਨਾਰਸ ਦਾ ਅਸਲੀ ਜਿਹੜਾ ਨਾਮ ਕਿਉਂ ਪਿਆ, ਉੱਥੇ ਦੋ ਨਦੀਆਂ ਲੰਘਦੀਆਂ, ਇੱਕ ਦਾ ਨਾਮ ਵਰਨ, ਇੱਕ ਦਾ ਨਾਮ ਅੱਸੀ, ਤੇ ਉਹਦਾ ਨਾਮ ਤੇ ਸੀ ਵਾਰਾਣਸੀ। ਇਕੱਠਾ ਜੋੜ ਦਿੱਤਾ ਹੈ, ਵਰਨ ਤੇ ਅੱਸੀ ਉਹ ਨਦੀਆਂ ਦਾ ਨਾਮ ਹੈ, ਤੇ ਉਹਨੂੰ ਜੋੜ ਕਰਕੇ ਤੇ ਵਾਰਾਣਸੀ ਬਣਾਤਾ। ਹੁਣ ਵਾਰਾਣਸੀ ਤੋਂ ਫਿਰ ਬਨਾਰਸ ਬਣਾ ਦਿੱਤਾ। ਇਸੇ ਤਰ੍ਹਾਂ ਇਲਾਹਾਬਾਦ ਦਾ ਜਿਹੜਾ ਨਾਮ ਹੈ ਉਹ ਵੀ ਬਦਲ ਕਰਕੇ ਰੱਖਿਆ ਗਿਆ ਹੈ। ਸੋ ਸਾਧ ਸੰਗਤ ਜੀ, ਜਿਹੜੇ ਨਾਮ ਹਨ ਉਹ ਸਮੇਂ ਦੇ
ਹਕੂਮਤ ਦੇ ਲੋਕਾਂ ਦੇ ਨਾਲ ਸਮੇਂ ਦੇ ਨਾਲ ਉਹ ਜਦੋਂ ਮਰਜ਼ੀ ਬਦਲ ਦਿੰਦੇ ਹਨ। ਹੈ ਤੇ ਜਿਹੜਾ ਸੀ ਇਲਾਹਾਬਾਦ ਅੱਲਾ ਦੇ ਨਾਮ ਤੇ ਰੱਖ ਦਿੱਤਾ ਜਦੋਂ ਉਹਨਾਂ ਦਾ ਇਸਲਾਮੀ ਮੀਰਾਂ ਦਾ ਜ਼ੋਰ ਪੈ ਗਿਆ। ਇਸੇ ਤਰ੍ਹਾਂ ਸਾਧ ਸੰਗਤ ਜੀ ਜਿਹੜੇ ਸਮੇਂ ਸਮੇਂ ਦੇ ਨਾਲ ਉਹ ਨਾਮ ਜਿਹੜੇ ਬਦਲਦੇ ਆ, ਪਰ ਉਹ ਇੱਥੇ ਕਹਿੰਦੇ ਚੌ ਵਰਣਾਂ ਨੂੰ ਉਹ ਉਪਦੇਸ਼ ਕਰਦਾ ਤੇ ਗਿਆਨ ਧਿਆਨ ਦੇ ਚ ਨਾਵਣ ਆਇਆ ਸੰਗ, ਜੋ ਨਾਵਣ ਆਇਆ ਸੰਗ ਨੂੰ ਮਿਲਿਆ ਮਿਲ ਬਾਨਾਰਸ ਕਰ ਗੰਗਾ ਥੇਟਾ। ਤੇ ਉਹ ਕਹਿਣ ਲੱਗੇ ਮਿਲ ਕਰਕੇ ਗੱਲਾਂ ਕਰਦੇ ਕਰਦੇ ਕਿ ਅਸੀਂ ਗੰਗਾ ਦੇ ਕਿਨਾਰੇ ਤੇ ਗੰਗਾ ਦੇ ਕੰਢੇ ਤੇ ਚੱਲੇ ਆ, ਉੱਥੇ ਗੰਗਾ ਦੇ ਵਿੱਚ ਜਾ ਕੇ ਇਸ਼ਨਾਨ ਕਰਾਂਗੇ। ਇਹ ਗੱਲ ਜਦੋਂ ਉਹਨੇ ਰਮਦਾਸ ਜੀ ਨੇ ਸੁਣੀ ਤੇ ਕਹਿਣ ਲੱਗਾ ਵੀ ਮੇਰਾ ਤੇ ਇੱਥੋਂ ਕੰਮ ਤੋਂ ਟਾਈਮ ਨਹੀਂ ਲੱਗਦਾ, ਇੱਕ ਤਾਂ ਮਰੇ ਹੋਏ ਪਸ਼ੂਆਂ ਨੂੰ ਚੁੱਕ ਕੇ ਲਿਆਉਣਾ ਪੈਂਦਾ, ਫਿਰ ਮੈਂ ਇੱਥੇ ਲੋਕਾਂ ਨੂੰ ਜੁੱਤੀਆਂ ਬਣਾ ਬਣਾ ਕੇ ਨਵੀਆਂ ਦਿੰਦਾ, ਪੁਰਾਣੀਆਂ ਜਿਹੜੀਆਂ ਜੁੱਤੀਆਂ ਉਹ ਗੜਦਾ ਤਾਂ ਕਰਕੇ ਲੋਕਾਂ ਦੇ ਪੈਰਾਂ ਵਿੱਚ ਕੋਈ ਕੱਖ ਕੰਡਾ ਨਾ ਵੱਜ ਜਾਵੇ, ਕਿਸੇ ਨੂੰ ਠੇਡਾ ਵੱਜ ਕੇ ਪੈਰ ਤੇ ਜ਼ਖਮੀ ਨਾ ਹੋ ਜਾਵੇ। ਇਹ ਮੈਂ ਆਪਣੀ ਡਿਊਟੀ ਕਰ ਰਿਹਾ ਤੇ ਗੰਗਾ ਦੇ ਤੇ ਮੇਰੇ ਕੋਲ ਜਾਇਆ ਨਹੀਂ ਜਾਣਾ, ਤੇ ਇਸ ਤਰ੍ਹਾਂ ਕਰੋ ਵੀ ਮੇਰੀ ਭੇਟਾ ਜਿਹੜੀ ਹੈ ਨਾ ਉਹ ਤੁਸੀਂ ਲੈ ਜਾਓ। ਕਹਿਣ ਲੱਗੇ ਚਲੋ ਠੀਕ ਹੈ, ਅਸੀਂ ਤਾਂ ਜਾਣਾ ਹੀ ਆ। ਬ੍ਰਾਹਮਣਾਂ ਨੇ ਕਿਹਾ ਵੀ ਦੇ ਦਿਓ। ਉਹ ਕਹਿਣ ਲੱਗੇ ਵੀ ਭੇਟਾ ਮੈਂ ਜ਼ਰੂਰ ਦੇ ਦਿੰਦਾ, ਤੇ ਧਿਆਨ ਨਾਲ ਮੇਰੀ ਗੱਲ ਨੂੰ ਸੁਣ ਲਓ ਵੀ ਜੇ ਗੰਗਾ ਮਈਆ ਹੱਥ ਕੱਢ ਕੇ ਫੜੇ ਤੇ ਫੇਰ ਫੜਾਉਣੀ ਨਹੀਂ ਤੇ ਨਹੀਂ ਦੇਣੀ। ਗੱਲ ਗਿਆ ਆਖੂ ਸਤਨਾਮ ਜੇ ਉਹ ਹੱਥ ਕਰੇ ਤਾਂ ਮੈਨੂੰ ਦੇ ਦਿਓ ਭੇਟਾ ਰਮਦਾਸ ਦੀ, ਤੇ ਫਿਰ ਉਹਨੂੰ ਫੜਾ ਦਿਓ। ਜੇ ਉਹ ਹੱਥ ਨਹੀਂ ਕਰਦੀ ਗੰਗਾ ਤੇ ਫਿਰ ਭੇਟਾ ਨਹੀਂ ਦੇਣੀ। ਇਹ ਰਮਦਾਸ ਜੀ ਕਹਿ ਰਹੇ ਹਨ। ਕੱਢ ਕਸੀਰਾ ਸੌਂਪਿਆ। ਉਹ ਜਦੋਂ ਕੱਢ ਕਰਕੇ ਉੱਥੇ ਜਦੋਂ ਭੇਟਾ ਦਿੱਤਾ, ਇੱਕ ਸਾਧ ਸੰਗਤ ਜੀ ਉਹ ਕਸੀਰਾ ਇੱਕ ਦੇ ਦਿੱਤਾ, ਤੇ ਉਹ ਰਮਦਾਸ ਦੀ ਜਦੋਂ ਭੇਟਾ ਜਿਹੜੀ ਸੀ ਨਾ ਉਹਨਾਂ ਨੇ ਜਦੋਂ ਚੜਾਇਆ ਤੇ ਲੈ ਵੀ ਆ ਜਿਹੜਾ ਸੀ ਨਾ ਇੱਕ ਦਮੜੀ ਦਿੱਤੀ ਰਮਦਾਸ ਨੇ ਵੀ ਆਹ ਤੁਸੀਂ ਦੇ ਦੇਣੀ ਆ। ਉਹਨੇ ਇੱਕ ਕਸੀਰਾ ਇੱਕ ਕੜਾ ਕੱਢਿਆ ਬੜਾ ਵਧੀਆ, ਹੀਰੇ ਮੋਤੀ ਜਿਹਦੇ ਵਿੱਚ ਜੜੇ ਆ, ਜਿਹਨੂੰ ਸੋਨੇ ਦਾ ਕੰਗਣ ਵੀ ਆਪਾਂ ਪੰਜਾਬੀ ਚ ਕਹਿ ਦਿੰਦੇ ਆ। ਉਹਨਾਂ ਨੇ ਕਿਹਾ ਵੀ ਆ ਮੇਰੇ ਵੱਲੋਂ ਭੇਟਾ ਰਮਦਾਸ ਨੂੰ ਦੇ ਦੇ। ਹੁਣ ਜਿਹੜਾ ਬ੍ਰਾਹਮਣ ਸੀ, ਕਿਉਂਕਿ ਗੁਰਬਾਣੀ ਦਾ ਵਚਨ ਹੈ ਲਾਲਚ ਲਾਗੇ ਜਨਮ ਗਵਾਇਆ, ਮਾਇਆ ਪਰਮ ਭੁਲਾਏਗਾ, ਤਨ ਜੁਬਨ ਕਾ ਗਰਬ ਨਾ ਕੀਜੈ, ਕਾਗਦ ਜੋਗਣ ਜਾਏਗਾ। ਸਿਮਰਨ ਭਜਨ ਦਇਆ ਨਹੀਂ ਕੀਨੀ, ਤਉ ਮੁਖ ਝੂਟਾ ਖਾਏਗਾ। ਕਹਿਤ ਕਵੀ ਸੁਨੋ ਰੇ ਸੰਤ, ਸਾਧ ਸੰਗਤ ਤਰ ਜਾਏਗਾ, ਸਾਧ ਸੰਗਤ ਤਰ ਜਾਏਗਾ। ਕਹਿਣ ਲੱਗੇ ਕਿ ਜਦੋਂ ਉਹ ਭੇਟਾ ਦਿੱਤੀ, ਉਹ ਜਿਹੜਾ ਸੀ ਬ੍ਰਾਹਮਣ ਉਹਨੇ ਕਿਹਾ ਵੀ ਨਾ ਤਾਂ ਭਗਤ ਨੂੰ ਪਤਾ ਤੇ ਗੰਗਾ ਕਿਹੜੀ ਆਣ ਕੇ ਸਾਨੂੰ ਪੁੱਛ ਲੈਣ ਲੱਗੀ ਆ ਵੀ ਉਹ ਕੜਾ ਕਿੱਥੇ ਰੱਖਿਆ। ਉਹਨੇ ਉਹ ਜਿਹੜਾ ਸੀ ਕੜਾ ਰਾਜੇ ਨੂੰ ਵੇਚ ਦਿੱਤਾ। ਜਦੋਂ ਰਾਜੇ ਨੂੰ ਵੇਚਿਆ ਤੇ ਹੁਣ ਜਿਹੜੇ ਲੋਕ ਪਾਉਂਦੇ ਉਹਨੂੰ ਪਤਾ ਲੱਗਦਾ, ਉਹ ਬੀਬੀ ਕਹਿਣ ਲੱਗੀ ਵੀ ਰਾਜੇ ਦੀ ਰਾਣੀ ਵੀ ਇਹ ਤਾਂ ਜੋੜਾ ਹੁੰਦਾ, ਇੱਕ ਮੈਨੂੰ ਇਹਦੇ ਨਾਲ ਦਾ ਹੋਰ ਲਿਆਣ ਕੇ। ਉਹ ਹੁਣ ਰੱਟਾ ਪੈ ਗਿਆ ਵੀ ਉਹ ਕਹਿੰਦਾ ਵੀ ਮੈਂ ਰਮਦਾਸ ਨੂੰ ਦੱਸਿਆ ਵੀ ਨਹੀਂ ਤੇ ਮਿਲਿਆ ਉਹਦੇ ਵਾਸਤੇ ਹੀ। ਤੇ ਉਹ ਰਾਜੇ ਨੇ ਆਖਿਆ ਵੀ ਇਹਦੇ ਨਾਲ ਦਾ ਇੱਕ ਚਾਹੀਦਾ ਹੋਰ, ਨਹੀਂ ਤੇ ਉਹ ਮੇਰੀ ਘਰ ਦੀ ਜਿਹੜੀ ਕਹਿੰਦੀ ਮੈਂ ਮਰ ਜਾਵਾਂਗੀ ਤੇ ਬਹੁਤ ਵੱਡਾ ਸਾਡੇ ਘਰ ਦੇ ਵਿੱਚ ਕਲੇਸ਼ ਖੜਾ ਹੋ ਗਿਆ ਤੇਰੇ ਕੜੇ ਨਾਲ। ਹੁਣ ਉਹ ਬ੍ਰਾਹਮਣ ਕਹਿੰਦਾ ਵੀ ਮੈਂ ਕਿੱਥੋਂ ਲਿਆਵਾਂ, ਇਹ ਤੇ ਸੀਗੀ ਰਮਦਾਸ ਭਗਤ ਦੇ ਵਾਸਤੇ ਨਿਸ਼ਾਨੀ ਮਾਤਾ ਵੱਲੋਂ। ਇਹ ਤੇ ਕਿਸੇ ਦਾ ਮੈਂ ਚੀਜ਼ ਜਿਹੜੀ ਚੁਰਾ ਕੇ ਤੁਹਾਨੂੰ ਦਿੱਤੀ ਹੈ, ਚੋਰੀ ਕਰਕੇ ਦਿੱਤੀ ਹੈ, ਤੇ ਹਾਰ ਕੇ ਉਹਨੂੰ ਦੱਸਣਾ ਪਿਆ। ਉਹਨੇ ਭਗਤ ਨੂੰ ਦੱਸਿਆ ਵੀ ਆਹ ਗੱਲ ਆ, ਉਹਨਾਂ ਨੇ ਗੰਗਾ ਮਈਆ ਨੇ ਤੇਰੀ ਭੇਟਾ ਦੇ ਲੱਗੇ ਸੀ, ਪਰ ਆਹ ਜਿਹੜਾ ਦਿੱਤਾ ਸੀਗਾ ਕੰਗਣਾ ਉਹ ਮੈਂ ਰਾਜੇ ਨੂੰ ਵੇਚ ਬੈਠਾ, ਤੇ ਹੁਣ ਮੇਰੀ ਜਾਨ ਤਾਂ ਬਚਦੀ ਹੋ ਜਾ ਹੋਰ ਲਿਖੇ ਦੇ ਗੱਜ ਕੇ ਆਖੂ ਸਤਨਾਮ। ਇਹ ਜਿਹੜੇ ਸੰਤ ਹੁੰਦੇ ਭਗਤ ਹੁੰਦੇ ਇਹਨਾਂ ਦੇ ਦਿਲ ਦੇ ਵਿੱਚ ਦਇਆ ਹੁੰਦੀ ਹੈ, ਰਹਿਮ ਹੁੰਦੀ ਹੈ। ਸਾਧ ਸੰਗਤ ਜੀ ਨੂੰ ਨੇ ਕਿਹਾ ਵੀ ਮੇਰੀ ਜਾਨ ਤਾਂ ਬਚਦੀ ਨਹੀਂ ਤੇ ਮੈਨੂੰ ਪਤਾ ਨਹੀਂ ਉਹ ਵੇਲੇ ਚ ਪੀੜੇ ਕੇ ਕੀ ਸਜ਼ਾ ਦਵੇ, ਰਾਜਾ ਕੁਛ ਨਹੀਂ ਕਰ ਸਕਦਾ, ਤੇ ਕੜਾ ਕੁੜਾ ਮੇਰੇ ਕੋਲ ਕੋਈ ਹੈ ਨਹੀਂ, ਇਹ ਇੱਕ ਸੀ, ਇਹ ਤੇਰੇ ਵਾਸਤੇ ਮਿਲਿਆ ਸੀ। ਭਗਤ ਅੱਗੇ ਹੋਇਆ ਕੋਲਾਇਆ ਤੇ ਭਗਤ ਕਹਿੰਦਾ ਵੀ ਇੱਥੋਂ ਹੋਰ ਕੱਢ ਲੈਣੀ, ਜਿਹਦੇ ਵਿੱਚੋਂ ਛਿੱਤਰ ਭੇਦਾ ਸੀ ਨਾ, ਚਮੜੇ ਦੀ ਜੁੱਤੀਆਂ ਭੇ ਕੇ ਪੂਰੀਆਂ ਹੁੰਦੀਆਂ ਸੀ, ਉਹਦੇ ਵਿੱਚ ਆਰ ਲੰਘਦੀ ਸੀ ਤੇ ਫਿਰ ਉਹਨਾਂ ਦੇ ਸੁਣਦਾ। ਉਹ ਕਹਿਣ ਲੱਗਾ ਵੀ ਇੱਥੇ ਸੜਕੀ ਜੀ ਦੇ ਉੱਤੇ ਕੱਟਦਾ ਸੀ ਚਮੜਾ ਚੁੱਕਿਆ ਤੇ ਥੱਲੇ ਦੀ ਗੰਗਾ ਚੱਲਣ ਡਈ। ਕਹਿੰਦਾ ਵੀ ਜਿੰਨੇ ਚਾਹੀਦੇ ਉਹਨੇ ਇੱਕ ਦੋ ਕੱਢ ਕੇ ਮਿਲਾ ਲਾ, ਉਹਦੇ ਨਾਲ ਕੱਢ ਕੇ ਦੇ ਦਿੱਤੇ। ਫਿਰ ਰਾਜਾ ਜਿਹੜਾ ਸੀ
ਉਹ ਰਵਿਦਾਸ ਦਾ ਸਿੱਖ ਬਣਿਆ। ਨਹੀਂ ਤੇ ਸਾਧ ਸੰਗਤ ਜੀ ਐਵੇਂ ਕੋਈ ਕਿਸੇ ਦਾ ਚੇਲਾ ਨਹੀਂ ਜੇ ਬਣਦਾ, ਕੋਈ ਕਿਸੇ ਨੂੰ ਨਹੀਂ ਮੰਨਦਾ ਜਿੰਨਾ ਚਿਰ ਤੱਕ ਕਿਸੇ ਨੂੰ ਕੁਛ ਉਹਦੇ ਕੋਲ ਪ੍ਰਾਪਤ ਨਾ ਹੋਵੇ। ਤੇ ਸਾਧ ਸੰਗਤ ਜੀ ਜਦੋਂ ਉਹ ਰਵਿਦਾਸ ਦੇ ਗਾੜੀ ਆਣ ਕੇ ਉਹ ਬ੍ਰਾਹਮਣ ਨੇ ਬੇਨਤੀ ਕੀਤੀ ਤੇ ਉਹ ਰਾਜੇ ਨੂੰ ਦੱਸਿਆ। ਰਾਜੇ ਨੇ ਫਿਰ ਦੱਸੀ ਗੱਲ, ਪਤਾ ਲੱਗਾ ਵੀ ਇਹ ਤੇ ਰਵਿਦਾਸ ਹੀ ਸਾਰਾ ਕੁਝ ਕਰਨ ਕਾਰਨਹਾਰ ਹੈ, ਇਹੀ ਪਰਮੇਸ਼ਰ ਦਾ ਸਰੂਪ ਹੈ। ਸੋ ਕਹਿੰਦੇ ਆ, ਦੁਬਾਰੇ ਪੜ੍ਹਨਾ ਕਰੋ ਜੀ। ਕੱਢ ਕਸੀਰਾ ਸੌਂਪਿਆ, ਜਦੋਂ ਉਹ ਕਸੀਰਾ ਕੱਢ ਕੇ ਰਵਿਦਾਸ ਵਾਸਤੇ ਸੌਂਪਿਆ ਦਿੱਤਾ ਉਹਨੂੰ ਭਗਤ ਨੂੰ, ਰਵਿਦਾਸ ਗੰਗਾ ਦੀ ਭੇਟਾ। ਤੇ ਰਵਿਦਾਸ ਨੇ ਜਦੋਂ ਉਹ ਗੰਗਾ ਦੀ ਭੇਟਾ ਜਿਹੜਾ ਸੀ ਉਹ ਕਸੀਰਾ ਕੱਢ ਕੇ ਜਿਹੜੀ ਸੀ ਉਹ ਤੇਲੀ ਪੌਲੀ ਭੇਜੀ, ਤੇ ਉਧਰੋਂ ਗੰਗਾ ਨੇ ਜਿਹੜੀ ਸੀ ਉਹ ਅਚਰਜ ਜਿਹੜੀ ਵਸਤੂ ਦੇ ਦਿੱਤੀ ਰਾਜੇ ਭਗਤ ਰਵਿਦਾਸ ਵਾਸਤੇ। ਲੱਗਾ ਪੁਰਬ ਅਪੀਚ ਦਾ, ਉੱਥੇ ਤੇ ਇੱਜ਼ਤ ਜਿਹੜਾ ਹੁੰਦਾ ਨਾ ਨਛੱਤਰ, ਉਹਦਾ ਉੱਥੇ ਪੁਰਬ ਚੱਲ ਰਿਹਾ ਸੀ। ਮਿੱਠਾ ਚਲਤ ਅਚਰਜ ਅਮੇਟਾ। ਉੱਥੇ ਜਦੋਂ ਵੇਖਿਆ ਸਾਰਾ ਅਚਰਜ, ਇਹ ਵੀ ਕਿਸੇ ਦੇ ਬੜੇ ਬੜੇ ਲੋਕ ਉੱਥੇ ਰੋੜੀ ਜਾਂਦੇ, ਕੋਈ ਸੋਨਾ ਰੋੜੀ ਜਾਂਦਾ, ਕੋਈ ਕੁਛ ਰੋੜੀ ਜਾਂਦਾ, ਕਿਸੇ ਦੀ ਭੇਟਾ ਗੰਗਾ ਮਈਆ ਹੱਥ ਕੱਢ ਕੇ ਨਹੀਂ ਫੜਦੀ। ਪਰ ਜਦੋਂ ਰਵਿਦਾਸ ਭਗਤ ਦੀ ਉਹ ਕਸੀਰਾ ਗਾੜੀ ਕੀਤਾ ਤੇ ਸਾਧ ਸੰਗਤ ਉਹਨੇ ਹੱਥ ਕੀਤਾ ਵੀ ਜਾ ਮੇਰੇ ਭਗਤ ਦੀ ਭੇਟਾ, ਤੇ ਉਹ ਜਿਹੜਾ ਉਹਨੇ ਕੜਾ ਦਿੱਤਾ ਉਹ ਜਦੋਂ ਵੇਚ ਦਿੱਤਾ, ਫਿਰ ਉਹ ਭਗਤ ਰਵਿਦਾਸ ਜੀ ਨੇ ਕਿਹਾ ਵੀ ਤੇਰੀ ਜਾਨ ਇਸ ਤਰ੍ਹਾਂ ਬਚਦੀ ਤੇ ਲੈ ਤੂੰ ਇੱਥੋਂ ਕੱਢ ਕੇ ਇਹਨੂੰ ਦੇ ਦੇ ਰਾਜੇ, ਭਾਵੇਂ ਦੋ ਦੇ ਵਿੱਚ ਚਾਰ ਲੈ ਜਾ। ਇਸ ਤਰ੍ਹਾਂ ਕਰਕੇ ਇਹ ਭਗਤਾਂ ਦੀ ਵਡਿਆਈ ਤੇ ਭਗਤ ਤੇ ਪਰਮੇਸ਼ਰ ਦੇ ਵਿੱਚ ਅੰਤ ਨਹੀਂ ਹੈ। ਅੰਤੋ ਹੀ ਮੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਲਿਆ ਕਸੀਰਾ ਹੱਥ ਕੱਢ, ਉਹਨੇ ਹੱਥ ਦੇ ਵਿੱਚ ਕੱਢ ਕਰਕੇ ਨਾ ਗੰਗਾ ਮਈਆ ਨੇ ਤੇ ਉਹ ਕਸੀਰਾ ਪਕੜ ਲਿਆ। ਸੂਤ ਇੱਕ ਜਿਉ ਤਾਣਾ ਪੇਟਾ। ਇਸ ਕਰਕੇ ਸੰਤਾਂ ਵਿੱਚ ਤੇ ਪਰਮੇਸ਼ਰ ਵਿੱਚ ਕੋਈ ਭੇਦ ਨਹੀਂ ਹੈ। ਜਿਸ ਤਰ੍ਹਾਂ ਸੂਤ ਤੇ ਤਾਣਾ, ਪੇਟਾ ਬੀਬੀਆਂ ਪਿੱਛੇ ਦਰੀ ਬਣਾਉਂਦੀਆਂ ਹੁੰਦੀਆਂ, ਪਹਿਲਾਂ ਤਾਣਾ ਤਰਨਾ ਫਿਰ ਵਿੱਚ ਦੀ ਸੂਤ ਲਗਾ ਕੇ ਤੇ ਉਹ ਦਰੀ ਨੂੰ ਉਣਨਾ, ਤੇ ਇਸੇ ਤਰ੍ਹਾਂ ਪਰਮੇਸ਼ਰ ਦਾ ਤੇ ਭਗਤਾਂ ਪਰਮੇਸ਼ਰ ਤਾਣਾ ਤੇ ਭਗਤ ਵਿੱਚ ਜਿਹੜੀ ਉਹ ਪੇਟਾ ਬਣ ਕੇ ਤੇ ਇਹ ਵਸਤੂ ਤਿਆਰ ਹੋ ਜਾਂਦੀ ਹੈ। ਭਗਤ ਜਣਾ ਹਰ ਮਾਂ ਪਿਓ ਬੇਟਾ। ਤੇ ਭਗਤਾਂ ਜਨਾਂ ਦਾ ਹਰੀ ਜਿਹੜਾ ਵਾਹਿਗੁਰੂ ਉਹ ਮਾਂ ਵੀ ਆ ਤੇ ਪਿਓ ਵੀ ਆ ਤੇ ਬੇਟਾ ਵੀ ਆ। ਸਾਰਾ ਕੁਝ ਪਰਮੇਸ਼ਰ ਜਿਹੜਾ ਹੈ ਉਹ ਸੰਤਾਂ ਔਰ ਭਗਤਾਂ ਦਾ ਬਣ ਜਾਂਦਾ ਹੈ। ਇਸ ਢੰਗ ਦੇ ਨਾਲ ਸਾਧ ਸੰਗਤ ਜੀ ਇਹ ਸੀ ਰਵਿਦਾਸ ਭਗਤ ਜੀ ਦਾ। ਤੇ ਉਹਨਾਂ ਨੇ ਜਿਸ ਵੇਲੇ ਇਹ ਅਚਰਜ ਵੇਖਿਆ, ਇਹ ਅਚਰਜ ਕੀਤਾ, ਇਹ ਕਰਕੇ ਸਾਧ ਸੰਗਤ ਵਾਰ-ਵਾਰ ਉਹ ਸਮੇਂ ਦੇ ਵਿੱਚ ਸੰਤ ਤੇ ਭਗਤ ਆਪਣੇ ਢੰਗ ਦੇ ਨਾਲ ਇਸ ਸੰਸਾਰ ਦੇ ਵਿੱਚ ਆ ਕਰਕੇ ਤੇ ਉਹ ਆਪਣੀ ਡਿਊਟੀ ਕਰਦੇ ਹਨ। ਸੋ ਸਾਧ ਸੰਗਤ ਜੀ ਜਦੋਂ ਸਮਾਂ ਇਹ ਪਾ ਕਰਕੇ ਲੰਘ ਗਿਆ, ਹੁਣ ਭਗਤ ਅਜਾਮਲ ਹੈ। ਅਜਾਮਲ ਜਿਹੜਾ ਇਹ ਭਗਤਾਂ ਵਿੱਚ ਤਾਂ ਨਹੀਂ ਹੈ, ਇਹ ਇੱਕ ਬ੍ਰਾਹਮਣ ਹੈ ਤੇ ਬ੍ਰਾਹਮਣ ਰਾਜੇ ਦੇ ਦਰਬਾਰ ਦੇ ਵਿੱਚ ਕਥਾ ਕਰਿਆ ਕਰਦਾ ਹੈ। ਉਹ ਕਥਾ ਕਰਦਿਆਂ ਰੋਜ਼ਾਨਾ ਦੀ ਤਰ੍ਹਾਂ ਉਹ ਰਾਜੇ ਦੇ ਦਰਬਾਰ ਦੇ ਵਿੱਚ ਇਹਨੂੰ ਵੀ ਸੈਣ ਵਾਂਗੂ ਪੱਕੀ ਡਿਊਟੀ ਮਿਲ ਗਈ ਤੇ ਉੱਥੇ ਰਾਜੇ ਦੇ ਦਰਬਾਰ ਸਿਰਫ ਕਥਾ ਹੀ ਕਰਨੀ ਹੈ ਸਾਰੀ ਦਿਹਾੜੀ, ਵੇਲਾ ਰਾਤ ਨੇ, ਤੇ ਉੱਥੇ ਡਿਊਟੀ ਪੱਕੀ ਮਿਲੀ ਹੋਈ ਆ। ਇੱਕ ਉੱਥੋਂ ਦੀ ਵੇਸਵਾ, ਉਹਨੇ ਉਹਦੇ ਵੱਲ ਵੇਖਿਆ, ਜਾਚਿਆ, ਉਹਦਾ ਆਪਸ ਵਿੱਚ ਅੱਖ ਮੱਕਾ ਜਿਹਾ ਚੱਲ ਗਿਆ। ਹੌਲੀ ਹੌਲੀ ਉਹਨੂੰ ਇਸ਼ਾਰਾ ਕੀਤਾ, ਉਹਨੂੰ ਬਾਹਰ ਮਿਲਿਆ, ਫਿਰ ਉਹਦੀ ਜਿੱਥੇ ਰਹਿਣ ਖਾਨਾ ਸੀ ਉੱਥੇ ਜਾਣ ਲੱਗ ਪਿਆ। ਉਹ ਰਾਜੇ ਨੂੰ ਪਤਾ ਲੱਗਾ ਵੀ ਇਹ ਜਿਹੜਾ ਇਹਨੇ ਤੇ ਦੁਨੀਆ ਨੂੰ ਉਪਦੇਸ਼ ਦੇਣਾ ਅਜਾਮਲ, ਤੇ ਇਹ ਆਪ ਇਸ ਰਾਹ ਹੀ ਚੱਲ ਪਿਆ, ਇਹਦੇ ਰਸਤੇ ਦੇ ਨਾਲ ਇਹਦੇ ਮਗਰ ਕਿਹੜਾ ਚੱਲੇਗਾ। ਉਹਨੇ ਇਹਨੂੰ ਰੋਕਿਆ ਬਈ ਇਹ ਕੰਮ ਸੂਤ ਨਹੀਂ ਆ, ਇਹ ਕੰਮ ਛੱਡ ਦੇ। ਡਰਾਵਾ ਦਿੱਤਾ ਵੀ ਤੈਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ। ਪਰ ਸਾਧ ਸਿੰਘ ਜੀ ਉਹ ਕਹਿੰਦਾ ਵੀ ਨੌਕਰੀ ਤੋਂ ਕੱਢ ਦਿਓ ਪਰ ਮੈਂ ਇਹ ਛੱਡ ਨਹੀਂ ਸਕਦਾ। ਜਿਸ ਤਰ੍ਹਾਂ ਕਿਸੇ ਨੂੰ ਅਮਲ ਦਾ ਨਸ਼ਾ ਲੱਗ ਜਾਂਦਾ, ਉਹ ਜੀਵ ਮਰ ਜਾਂਦਾ ਹੈ, ਉਹ ਨਸ਼ੇ ਨੂੰ ਛੱਡਦਾ ਨਹੀਂ। ਕਈ ਤਾਂ ਇੱਥੋਂ ਤੱਕ ਰਿਹਾ ਕਿ ਮਾਵਾਂ ਪਿਓਾਂ ਦੀ ਪ੍ਰਵਾਹ ਨਹੀਂ ਕਰਦੇ, ਭੈਣ ਭਰਾਵਾਂ ਦੀ ਪ੍ਰਵਾਹ ਨਹੀਂ ਕਰਦੇ। ਕਈ ਮਾਂ ਦਾ ਗਲ ਘੁੱਟ ਕੇ ਵੀ ਨਸ਼ੇ ਵਾਸਤੇ ਪੈਸੇ ਲੈ ਜਾਂਦੇ ਆ, ਪਿਓ ਨੂੰ ਵੀ ਮਾਰ ਦਿੰਦੇ ਆ। ਕਾਰਨ ਇਹ ਹੈ ਕਿ ਨਸ਼ਾ ਹੀ ਉਹਨਾਂ ਦਾ ਸਾਰਾ ਕੁਛ ਹੈ। ਪਰ ਸਤਿਗੁਰੂ ਜੀ ਕਿਰਪਾ ਕਰਨ, ਵਾਹਿਗੁਰੂ ਇਹਨਾਂ ਚੀਜ਼ਾਂ ਤੋਂ ਸੰਗਤ ਦੇ ਸਿਰ ਤੇ ਮਿਹਰ ਪ੍ਰਾਰਥਨਾ ਕਰਕੇ ਬਚਾ ਕੇ ਰੱਖਣ। ਕਿ ਉਹ ਨਸ਼ਾ ਇੱਕ ਬੜੀ ਪੈੜੀ ਅਲਾਮਤ ਹੈ, ਜਿਹਨੂੰ ਪੈ ਜਾਵੇ ਉਹ ਜਾਂ ਉਹਨੂੰ ਜਾਂ ਉਹਦੇ ਘਰਦਿਆਂ ਨੂੰ, ਉਹਦੇ ਨਾਲੋਂ ਘਰ ਦੇ ਜ਼ਿਆਦਾ ਦੁਖੀ ਹੋਇਆ ਕਰਦੇ ਹਨ। ਪਰ ਸਾਧ ਸੰਗਤ ਜੀ ਉਹ ਅਜਾਮਲ ਕਹਿਣ ਲੱਗਾ ਵੀ ਮੈਂ ਇਹ ਛੱਡ ਨਹੀਂ ਸਕਦਾ, ਤੇ ਇਸ ਕਰਕੇ ਨੌਕਰੀ ਤੋਂ ਕੱਢ ਦਿੱਤਾ ਗਿਆ। ਪਰ ਉਹ ਉਸ ਨੂੰ ਅੱਗੇ ਥੋੜਾ ਬਹੁਤਾ ਜਾਂਦਾ ਸੀ, ਕਿਤੇ ਰਾਤ ਨੂੰ ਜਾਣਾ,
ਹੁਣ ਜਦੋਂ ਵਿਹਲਾ ਹੋ ਗਿਆ ਤੇ ਉਹਦੇ ਘਰੇ ਹੀ ਰਹਿਣ ਲੱਗ ਪਿਆ। ਉੱਥੇ ਸ਼ਰਾਬ ਪੀਣੀ, ਸਾਰਾ ਦਿਨ ਉੱਥੇ ਲੱਗੇ ਰਹਿਣਾ। ਸਾਧ ਸੰਗਤ ਜੀ ਲੋਕਾਂ ਨੇ ਪਾਪੀ ਸਮਝ ਕੇ ਪਿੰਡੋਂ ਬਾਹਰ ਇੱਕ ਕੁਟੀਆ ਜੀ ਬਣਾ ਕੇ ਉੱਥੇ ਉਹਨਾਂ ਨੂੰ ਛੱਡਦਾ ਵੀ ਤੁਸੀਂ ਪਿੰਡ ਨਹੀਂ ਆਉਣਾ, ਉੱਧਰ ਹੀ ਰਹਿਣਾ ਹੈ। ਉੱਥੇ ਰਹਿਣ ਲੱਗ ਪਏ। ਇਸੇ ਤਰ੍ਹਾਂ ਉਹਨਾਂ ਦਾ ਸੰਜੋਗ ਦੇ ਵਿੱਚੋਂ 6 ਪੁੱਤਰ ਪੈਦਾ ਹੋਏ। ਜਦੋਂ 6 ਪੁੱਤਰ ਪੈਦਾ ਹੋ ਗਏ ਤੇ ਕਿਉਂਕਿ ਪਹਿਲਾਂ ਜਦੋਂ ਉਹ ਰਾਜੇ ਦੇ ਦਰਬਾਰ ਵਿੱਚ ਕਥਾ ਕਰਿਆ ਕਰਦੇ ਸਨ, ਉਦੋਂ ਅਜਾਮਲ ਬਹੁਤ ਜਪੀ ਤਪੀ ਸੀ, ਜਪ ਵੀ ਕਰਿਆ ਕਰਦਾ ਹੈ। ਪਰ ਸਾਧ ਸੰਗਤ ਜੀ ਕਹਿੰਦੇ ਕਿ ਬਿਰਥਾ ਨਹੀਂ ਜਾਂਦਾ ਕਿਸੇ ਦਾ ਸਿਮਰਨ ਕੀਤਾ, ਕਿਸੇ ਦੀ ਭਗਤੀ ਕੀਤੀ, ਕਿਸੇ ਦਾ ਸਤਸੰਗ ਸੁਣਿਆ, ਇਹ ਕਦੀ ਬਿਰਥਾ ਨਹੀਂ ਜਾਂਦਾ। ਕੋਈ ਵੀ ਤੁਸੀਂ ਬੀਜ ਬੀਜਦੇ ਹੋ, ਸਮਾਂ ਜ਼ਰੂਰ ਲੱਗ ਜਾਏਗਾ ਪਰ ਉਹ ਦਾ ਫਲ ਜ਼ਰੂਰ ਪ੍ਰਾਪਤ ਹੋਏਗਾ। ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ। ਇਹ ਕਰਮਾਂ ਦੀ ਜਿਹੜੀ ਗਤੀ ਹੈ ਬੜੀ ਬਲ ਵਾਲੀ ਹੈ, ਭੋਗਣ ਤੋਂ ਬਗੈਰ ਜਾਂਦੀ ਨਹੀਂ ਹੈ। ਉਹ ਤੁਸੀਂ ਚੰਗੇ ਕਰਮ ਕਰ ਲਓ, ਮਾੜੇ ਕਰਮ ਕਰ ਲਓ, ਉਹਨਾਂ ਦਾ ਫਲ ਤੁਹਾਨੂੰ ਜ਼ਰੂਰ ਮਿਲੇਗਾ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਬਚਨ ਹੈ, ਬੌੜੀ ਮਹੱਲਾ ਪੰਜਵਾਂ। ਪ੍ਰਭ ਮਿਲ ਵੇਖੋ ਪ੍ਰੀਤ ਮਨ ਲਾਗੀ, ਪਾਣੀ ਲੱਗੋ ਮੋਹ ਕਰੋ ਬੇਨਤੀ, ਕੋ ਸੰਤ ਮਿਲੇ ਭਾਗੀ ਰਹਾਓ, ਮਨ ਅਰਪਉ ਤਨ ਰਾਖੋ ਆਗੈ, ਮਨ ਕੀ ਮਤ ਮੋਹ ਸਗਲ ਤਿਆਗੀ, ਜੋ ਪ੍ਰਭ की हर कथा सुनावे, आनंद फिरो तिश पिछे विरागी, पूर्व कर्म अंकुर जब प्रगटे, पेटियो पुरख रस्त बैरागी, मिटियो अंधेर मिलत हर नानक, जन्म जन्म की सोई जागी। ਜਦੋਂ ਪੂਰਬਲੇ ਕਰਮਾਂ ਦੀਆਂ ਕਰੂੰਬੜੀਆਂ ਫੁੱਟਦੀਆਂ ਹਨ, ਉਹ ਭਾਵੇਂ ਕਿਸੇ ਨੇ ਚੰਗੇ ਕੀਤੇ ਹੋਣ ਜਾਂ ਮਾੜੇ ਕੀਤੇ ਹੋਣ। ਇਸ ਕਰਕੇ ਸਾਧ ਸੰਗਤ ਜੀ ਕੋਸ਼ਿਸ਼ ਕਰੋ ਕਿ ਕਰਮ ਸ਼ੁਭ ਸਤਿਗੁਰੂ ਸੱਚੇ ਪਾਤਸ਼ਾਹ ਜੀ ਲਾਵੇ। ਉਹ ਜਦੋਂ 6 ਪੁੱਤਰ ਹੋ ਗਏ ਤੇ 7ਵੇਂ ਪੁੱਤਰ ਦੀ ਵਾਰੀ, ਉੱਥੇ ਪਰਮੇਸ਼ਰ ਦੇ ਸਾਧ ਰੂਪ ਆਪਣਾ ਤਨ ਧਾਰਿਆ। ਉੱਥੇ ਸਾਧੂ ਦਾ ਰੂਪ ਧਾਰਨ ਕਰਕੇ ਪਿੰਡ ਦੇ ਵਿੱਚ ਆਣ ਕਰਕੇ ਆਵਾਜ਼ ਦਿੱਤੀ ਬਈ ਹਨੇਰਾ ਹੋ ਗਿਆ ਤੇ ਮੈਂ ਰਾਤ ਕੱਟਣੀ ਆ। ਉਹਨਾਂ ਨੇ ਉੱਥੇ ਉਹਨਾਂ ਦੇ ਕੋਲ ਅਜਾਮਲ ਤੇ ਜਿੱਥੇ ਉਹ ਵੇਸਵਾ ਰਹਿੰਦੀ ਸੀ ਉੱਥੇ ਕੁਟੀਆ 'ਚ ਭੇਜ ਦਿੱਤਾ ਬਈ ਉੱਥੇ ਸਾਂ ਬਣਾਈ, ਔਰ ਸਾਧੂ ਨੂੰ ਮਖੌਲ ਕੀਤਾ ਵੀ ਜਾ ਉੱਥੇ ਜਾ ਕੇ ਰਾਤ ਕੱਟ ਮੌਜ ਨਾਲ। ਸਾਧ ਸੰਗਤ ਜੀ ਉੱਥੋਂ ਗਿਆ ਤੇ ਉਹਨਾਂ ਨੇ ਕਿਹਾ ਵੀ ਆ ਇੱਕ ਮੰਜੀ ਆ ਤੇ ਤੁਸੀਂ ਮਹਾਰਾਜ ਇਹਦੇ ਤੇ ਸੌਂ ਜਾਓ ਤੇ ਅਸੀਂ ਪੁੱਜੇ ਸੌਂ ਜਾਂਦੇ। ਉਹਨਾਂ ਨੇ ਆਖਿਆ ਵੀ ਰੋਟੀ ਤਾਂ ਸਾਡੇ ਖਾਣ ਵਾਸਤੇ ਨਹੀਂ, ਅਸੀਂ ਤਾਂ ਦਾਣੇ ਭੁੰਨਾਇਆ ਤੇ ਇਹ ਚਣੇ ਭੁੰਡੇ ਆ, ਇਹ ਤੁਸੀਂ ਵੀ ਖਾ ਲਓ ਤੇ ਪਾਣੀ ਪੀ ਕੇ ਸੌਂ ਜਾਓ ਤੇ ਅਸੀਂ ਵੀ ਖਾ ਲੈਂਦੇ। ਪਰ ਸਾਧੂ ਜਿਹੜੇ ਆ ਉਹ ਕੁਛ ਨਾ ਕੁਛ ਕਰਨ ਵਾਸਤੇ ਆਉਂਦੇ, ਕੁਝ ਨਾ ਕੁਝ ਕਰਕੇ ਸਵਾਰ ਕੇ ਜਾਂਦੇ ਹਨ। ਸਾਧ ਸੰਗਤ ਜੀ ਉਹਨਾਂ ਨੇ ਕਿਹਾ ਵੀ ਇਦਾਂ ਮੈਂ ਤੁਹਾਡੇ ਕੋਲ ਰਾਤ ਕੱਟੀ ਆ, ਤੁਹਾਡੇ ਕੋਲ ਆਸਰਾ ਲਿਆ ਤੇ ਮੈਂ ਤੁਹਾਡਾ ਭਲਾ ਕਰਕੇ ਜਾਣਾ, ਪਰ ਤੁਹਾਡੇ ਇੱਕ ਪੁੱਤਰ ਹੋਣ ਵਾਲਾ, ਉਹਦਾ ਨਾਮ ਨਰਾਇਣ ਰੱਖਣਾ, ਹੋਰ ਕੋਈ ਨਾਮ ਨਹੀਂ ਰੱਖਣਾ ਤੇ ਉਹਦੇ ਨਾਲ ਹੀ ਜ਼ਿਆਦਾ ਪਿਆਰ ਕਰਨਾ ਹੈ। ਸਾਧ ਸੰਗਤ ਜੀ ਜੋ ਕਹਿੰਦੇ ਵੀ ਉਹਦੇ ਨਾਲ ਤੁਸੀਂ ਜ਼ਿਆਦਾ ਪਿਆਰ ਰੱਖੋ ਤੇ ਉਹ ਇਸੇ ਤਰ੍ਹਾਂ ਹੋਇਆ। ਉਹਨਾਂ ਦੇ ਘਰ 7ਵਾਂ ਪੁੱਤਰ ਹੋਇਆ, ਉਹਦਾ ਨਾਮ ਨਰਾਇਣ ਰੱਖਿਆ ਤੇ ਉਹਦੇ ਨਾਲ ਬੜਾ ਪਿਆਰ ਕਰਦੇ ਰਹੇ। ਸਾਧ ਸੰਗਤ ਜੀ ਜਿਹੜੀ ਜ਼ਿੰਦਗੀ ਆ ਇਹ ਤਾਂ ਮੁੱਕ ਜਾਂਦੀ ਹੈ। ਅਸੀਂ ਸਮਝੀਏ ਨਾ ਸਮਝੀਏ, ਅਸੀਂ ਵਿਚਾਰ ਕਰੀਏ ਨਾ ਕਰੀਏ, ਧਿਆਨ ਦੇਈਏ ਨਾ ਕਰੀਏ, ਇਹ ਜਿਹੜੀ ਜ਼ਿੰਦਗੀ ਹੈ ਇਹ ਦਿਨੋਂ ਦਿਨ ਘਟਦੀ ਜਾਂਦੀ ਹੈ। ਤੇ ਉਹ ਜਦੋਂ ਘਟਦੀ ਘਟ ਗਈ, ਅੰਤ ਸਮਾਂ ਆਇਆ ਤੇ ਉਹਨਾਂ ਨੇ ਪਾਪੀ ਸਮਝ ਕੇ ਚਿੱਤਰਗੁਪਤ ਨੇ ਵਿਚਾਰਿਆ ਵੀ ਇਹ ਤਾਂ ਪਾਪੀ ਹੈ। ਉੱਥੇ ਜੰਮ ਲੈਣ ਵਾਸਤੇ ਆਏ। ਜਦੋਂ ਜਮਾਂ ਨੇ ਦਿਖਾੜੀ ਦਿੱਤੀ ਤੇ ਅਜਾਮਲ ਦੀਆਂ ਤਾਂ ਹੀ ਨਿਕਲੀਆਂ, ਕਹਿੰਦਾ ਨਾਰਾਇਣ ਨਾਰਾਇਣ ਮੇਰੀ ਰੱਖਿਆ ਕਰ। ਇਹ ਜਿਹੜੇ ਜੰਮ ਸੀ ਨਾ ਡਰ ਗਿਆ ਵੀ ਇਹ ਤੇ ਪਰਮੇਸ਼ਰ ਨੂੰ ਯਾਦ ਕਰਦਾ ਗੱਜ ਗਿਆ ਕੋ ਸਤਨਾਮ। ਉਹ ਫੇਰ ਪਛਾਣ ਹੋ ਗਈ। ਜਦੋਂ ਫੇਰ ਉਹ ਸਾਹਮਣੇ ਆਏ ਤੇ ਫਿਰ ਉਹਨੇ ਆਵਾਜ਼ ਦਿੱਤੀ ਨਾਰਾਇਣ ਨਾਰਾਇਣ ਭੱਜ ਕੇ ਆ ਮੈਨੂੰ ਬਚਾ। ਤੇ ਸਾਧ ਸੰਗਤ ਜੀ ਜੋ ਤੀਸਰੀ ਵਾਰੀ ਨਾਰਾਇਣ ਕਿਹਾ ਤੇ ਪਰਮੇਸ਼ਰ ਜਿਹੜੇ ਸੀ ਜੰਮ ਉਹ ਭੱਜ ਗਏ। ਫਿਰ ਧਰਮਰਾਜ ਨੇ ਆਪਣੇ ਗਣ ਭੇਜੇ, ਦੇਵਤੇ ਭੇਜੇ, ਉਹਨਾਂ ਨੂੰ ਡੁਬਾਨ ਤੇ ਚੜਾ ਕੇ ਤੇ ਬੈਕੁੰਠ ਨੂੰ ਲੈ ਗਏ। ਇਸੇ ਤਰ੍ਹਾਂ ਦੇ ਨਾਲ ਇਹ ਜਿਹੜੇ ਨਾਮ ਜਪਣ ਵਾਲੇ ਜਾਂ ਪਰਮੇਸ਼ਰ ਨੂੰ ਯਾਦ ਕਰਨ ਵਾਲੇ ਆ, ਉਹਨਾਂ ਦਾ ਜਿਹੜਾ ਜੀਵਨ ਹੈ ਉਸ ਕਾਰ ਤੇ ਲੱਗ ਜਾਂਦਾ ਹੈ। ਆਓ ਇਸ ਸ਼ਬਦ ਨੂੰ ਯਾਦ ਕਰੀਏ ਤੇ ਵਿਚਾਰ ਕਰੀਏ। ਭਾਈ ਗੁਰਦਾਸ ਜੀ ਕਿਸ ਤਰ੍ਹਾਂ ਲਿਖਦੇ ਹਨ? ਪਤਤ ਅਜਾਮਲ ਪਾਪ ਕਰ, ਜਾਏ ਕਲਾਵ ਤਣੀ ਦੇ ਰਹਿਆ। ਸੋ ਕਹਿੰਦੇ ਆ ਕਿ ਜਿਹੜਾ ਅਸੀਂ ਨਾ ਪਤਤ ਹੋਣ ਦੇ ਕਾਰਨ, ਪਲੀਤ ਹੋਣ ਦੇ ਕਾਰਨ, ਅਜਾਮਲ ਜਿਹੜਾ ਸੀ ਪਾਪੀ ਪਾਪ ਕਰ ਕਰਕੇ ਜਾਏ ਕਲਾ ਵਤਨੀ, ਜਿਹੜੀ ਸੀ ਕਲਾ ਵਤਨੀ ਵੇਸਵਾ, ਉਹਦੇ ਘਰ ਹੀ ਰਹਿਣ ਲੱਗ ਪਿਆ। ਜਦੋਂ ਉਹ ਨੌਕਰੀ ਦੇ ਵਿੱਚੋਂ ਕੱਢ ਦਿੱਤਾ ਰਾਜੇ ਨੇ, ਗੁਰ ਤੇ ਬੇਮੁਖ ਹੋਏ ਕਾ, ਪਰ ਉਹ ਗੁਰੂ ਤੋਂ ਹੀ ਬੇਮੁਖ ਹੋਇਆ। ਫਿਰ ਉਹ ਰਾਮ ਦੀ, ਹਰੀ ਦੀ, ਨਰਾਇਣ ਦੀ ਕਥਾ ਕਰਿਆ ਕਰਦਾ ਸੀ। ਰਾਤ ਨੇ ਸ੍ਰੀ ਸ਼ਾਮ ਆਰਤੀ ਕਰਨੀ, ਪਰਮੇਸ਼ਰ ਨੂੰ ਯਾਦ ਕਰਨਾ, ਪਰ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ।
ਖਿੰਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਕਹਿੰਦੇ ਗੁਰੂ ਤੋਂ ਬੇਮੁਖ ਹੋਣ ਦੇ ਨਾਲ ਉਹਨੂੰ ਕਹਿੰਦੇ ਬੇਮੁਖ ਹੋਏ ਕੇ ਪਾਪ ਕਮਾਵੇ ਦੁਰਮਤ ਦਇਆ ਤੇ ਦੁਰਮਤ ਨੇ ਉਹਨੂੰ ਦਇਆ ਮੈਂ ਸਾੜਿਆ ਹੋਇਆ ਹੈ। ਬਿਰਥਾ ਜਨਮ ਗਵਾਇਆ ਨਾ। ਪਰ ਉਹਦੇ ਜਿਹੜਾ ਜਨਮ ਸੀ ਨਾ, ਇਹ ਸਾਡਾ ਜਿਹੜਾ ਜਨਮ ਆ ਹੀਰੇ ਤੋਂ ਵੀ ਮਹਿੰਗਾ ਹੈ। ਹੀਰੇ ਜਵਾਹਰਾਤ ਇਹਦੇ ਸਾਹਮਣੇ ਤੁੱਛ ਹਨ। ਪਰ ਸਾਧ ਸੰਗਤ ਜੀ ਜਦੋਂ ਅਸੀਂ ਇਹਨੂੰ ਚੰਗੀ ਤਰ੍ਹਾਂ ਵਰਤਦੇ ਨਹੀਂ ਆ, ਚੰਗੀ ਤਰ੍ਹਾਂ ਇਹਨੂੰ ਇਸਤੇਮਾਲ ਨਹੀਂ ਕਰਦੇ, ਤੇ ਫਿਰ ਕਹਿੰਦੇ ਉਹ ਜਿਹੜਾ ਜਨਮ ਸੀ ਨਾ ਵਿਅਰਥ ਗਵਾ ਲਿਆ ਉਹਨੇ, ਬਿਰਥਾ ਜਨਮ ਗਵਾਇਆ ਨਾ। ਭਵਜਲ ਅੰਦਰ ਫਿਰਦਾ ਵਹਿਆ। ਤੇ ਉਹ ਭਵਜਲ ਸੰਸਾਰ ਦੇ ਵਿੱਚ ਫਿਰ ਇਸ ਤਰ੍ਹਾਂ ਫਿਰਦਾ